हेलो स्टूडेंट्स, सत श्री अकाल सारिਆਂ ਨੂੰ। ਅੱਜ ਅਸੀਂ ਸਟੱਡੀ ਕਰਾਂਗੇ ਸੰਖਿਆ ਪ੍ਰਣਾਲੀ ਬਾਰੇ। ਠੀਕ ਹੈ, ਸੰਖਿਆ ਪ੍ਰਣਾਲੀ ਮਤਲਬ ਕਿ ਨੰਬਰ ਸਿਸਟਮ, ਜਿਹਦੇ ਵਿੱਚ ਸਾਰੇ ਤਰ੍ਹਾਂ ਦੇ ਨੰਬਰਸ ਨੂੰ ਅਸੀਂ ਸਟੱਡੀ ਕਰਾਂਗੇ ਔਰ ਦੇਖਾਂਗੇ ਕਿ ਇਹਨਾਂ ਦੀ ਕੀ ਪਹਿਚਾਣ ਹੁੰਦੀ ਆ। ਠੀਕ ਹੈ, ਅਲੱਗ-ਅਲੱਗ ਨੰਬਰ ਦੀ ਅਲੱਗ-ਅਲੱਗ ਪਹਿਚਾਣ ਹੁੰਦੀ ਆ, ਉਹਦੇ ਬਾਰੇ ਅਸੀਂ ਸਟੱਡੀ ਕਰਾਂਗੇ। ਇੱਕ ਬੇਸਿਕ ਕਨਸੈਪਟ ਆ ਇਹ ਨੰਬਰ ਸਿਸਟਮ ਦਾ। ਠੀਕ ਹੈ, ਅਗਰ ਤੁਹਾਨੂੰ ਇਹ ਕਲੀਅਰ ਹੋ ਗਿਆ ਤੇ ਅੱਗੇ ਜਿਹੜੇ ਕੁਐਸਚਨਸ ਆਣਗੇ ਇਹਦੇ ਨਾਲ ਰਿਲੇਟਡ ਉਹ ਤੁਹਾਡੇ ਲਈ ਬਹੁਤ ਈਜ਼ੀ ਹੋ ਜਾਣਗੇ। ਬੇਸਿਕ ਕਨਸੈਪਟ ਆ, ਇਹ ਬਹੁਤ ਜ਼ਰੂਰੀ ਆ, ਸਭ ਨੂੰ ਇਹ ਆਉਣਾ ਚਾਹੀਦਾ ਆ। ਸੋ ਧਿਆਨ ਨਾਲ ਸਾਰਿਆਂ ਨੇ ਵੀਡੀਓ ਦੇਖਣੀ ਆ। ਚਲੋ ਜੀ ਸਟਾਰਟ ਕਰਦੇ ਹਾਂ। ਹੁਣ ਸਭ ਤੋਂ ਪਹਿਲੇ ਤਾਂ ਸਾਡੇ ਕੋਲ ਆ ਜਾਂਦੇ ਆ ਨੰਬਰ 1 ਤੇ ਪ੍ਰਾਕ੍ਰਿਤਿਕ ਸੰਖਿਆਵਾਂ। ਪ੍ਰਾਕ੍ਰਿਤਿਕ ਸੰਖਿਆਵਾਂ ਨੂੰ ਅਸੀਂ ਨੈਚੁਰਲ ਨੰਬਰ ਵੀ ਬੋਲਦੇ ਆ। ਠੀਕ ਹੈ, ਹੁਣ ਇਹਨਾਂ ਨੂੰ ਪ੍ਰਾਕ੍ਰਿਤਿਕ ਸੰਖਿਆਵਾਂ ਕਿਉਂ ਬੋਲਦੇ ਆ ਜੀ? ਬਿਕਾਜ਼ ਇਹ ਉਹ ਸੰਖਿਆਵਾਂ ਜਿਹੜੀਆਂ ਕਿ ਕੁਦਰਤੀ ਤੌਰ ਤੇ ਬੰਦੇ ਦੇ ਦਿਮਾਗ ਦੇ ਵਿੱਚ ਆਈਆਂ। ਸਭ ਤੋਂ ਪਹਿਲੇ ਜਦੋਂ ਗਿਣਤੀ ਸ਼ੁਰੂ ਹੋਈ ਨਾ ਸਾਡੇ ਦਿਮਾਗ ਦੇ ਵਿੱਚ, ਇਨਸਾਨ ਦੇ ਦਿਮਾਗ ਦੇ ਵਿੱਚ ਗਿਣਤੀ ਜਿਹੜੀ 1 ਤੋਂ ਸ਼ੁਰੂ ਹੋਈ, ਉਹਨੇ ਚੀਜ਼ਾਂ ਨੂੰ 1 ਤੋਂ ਗਿਣਨਾ ਸ਼ੁਰੂ ਕੀਤਾ। 1 ਫਿਰ 2 3 4, ਇਸ ਕਰਕੇ ਇਹਨਾਂ ਨੂੰ ਅਸੀਂ ਨਾਮ ਦਿੰਨੇ ਆ ਪ੍ਰਾਕ੍ਰਿਤਿਕ। ਨੈਚੁਰਲ ਨੰਬਰ ਵੀ ਇਹਨੂੰ ਬੋਲਦੇ ਆ। ਠੀਕ ਹੈ, 1 2 3 ਡੈਸ਼ 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 ਦਾ ਮਤਲਬ ਕਿ ਅਪ ਟੂ ਸੋ ਔਨ ਚੱਲੀ ਜਾ ਰਹੇ, ਅੱਗੇ ਤੋਂ ਅੱਗੇ ਗਿਣਤੀ ਖਤਮ ਨਹੀਂ ਹੁੰਦੀ ਹੈ। 1 ਦਾ ਮਤਲਬ ਕਿ ਇੱਥੇ ਜਿਹੜੀ ਸਾਡੇ ਕੋਲ ਗਿਣਤੀ ਆ ਉਹ ਕਿੱਥੋਂ ਸਟਾਰਟ ਹੋਈ ਆ? 1 ਤੋਂ। ਸੋ ਪ੍ਰਾਕ੍ਰਿਤਿਕ ਸੰਖਿਆਵਾਂ ਉਹ ਹੁੰਦੀਆਂ ਨੇ ਜਿਹੜੀਆਂ 1 ਤੋਂ ਸਟਾਰਟ ਹੁੰਦੀਆਂ। ਹੋਪ ਕਲੀਅਰ ਹੋ ਗਿਆ ਤੁਹਾਨੂੰ? ਨੰਬਰ 2। ਹੁਣ ਇਸ ਤੋਂ ਬਾਅਦ ਜਿਹੜੀ ਆਊਗੀ ਉਹਨੂੰ ਅਸੀਂ ਬੋਲਾਂਗੇ ਪੂਰਨ ਸੰਖਿਆਵਾਂ। ਹੁਣ ਪੂਰਨ ਸੰਖਿਆਵਾਂ ਕੀ ਹੁੰਦੀਆਂ? ਨਾਮ ਤੋਂ ਤੁਹਾਨੂੰ ਕਲੀਅਰ ਹੋ ਜਾਣਾ ਚਾਹੀਦਾ ਬੱਚੇ ਕਿ ਪੂਰਨ ਸੰਖਿਆਵਾਂ ਉਹ ਆ ਕਿ ਜਿਹੜੀਆਂ ਪੂਰੀਆਂ ਹੋ ਗਈਆਂ। ਪੂਰੀਆਂ ਦਾ ਮਤਲਬ ਕਿ ਕੁਝ ਇਦਾਂ ਦਾ ਨੰਬਰ ਅਸੀਂ ਐਡ ਹੋ ਗਿਆ ਸਾਡੀ ਪ੍ਰਾਕ੍ਰਿਤਿਕ ਸੰਖਿਆਵਾਂ ਦੇ ਵਿੱਚ ਕਿ ਜਿਹਨੇ ਉਹਨਾਂ ਨੂੰ ਕੀ ਕਰ ਦਿੱਤਾ? ਪੂਰਾ ਕਰਤਾ। ਕਿਉਂਕਿ ਪ੍ਰਾਕ੍ਰਿਤਿਕ ਸੰਖਿਆਵਾਂ ਅਧੂਰੀਆਂ ਸੀ, ਉਹਦੇ ਵਿੱਚ ਕੋਈ ਨੰਬਰ ਮਿਸਿੰਗ ਸੀਗਾ, ਕੋਈ ਨੰਬਰ ਹੈ ਨਹੀਂ ਸੀ, ਜਿਹਦੇ ਕਰਕੇ ਸਾਨੂੰ ਗਿਣਤੀ 'ਚ ਪ੍ਰੋਬਲਮ ਹੁੰਦੀ ਸੀ। ਕਿੱਦਾਂ? ਕਿਉਂਕਿ ਜੇਕਰ ਸਮਝ ਲਓ ਤੁਸੀਂ 1012 ਲਿਖਣਾ, 1012। ਹੁਣ 1012 ਨੂੰ ਜੇਕਰ ਮੈਂ 0 ਹਟਾ ਦਵਾਂ ਤਾਂ ਕੀ ਬਣ ਜਾਊਗਾ? ਇਕੱਲਾ 112। ਪੈ ਗਿਆ ਨਾ ਫਰਕ ਕਿੰਨਾ? ਹੁਣ ਇਹਦੇ ਵਿੱਚ ਕਿਹੜੀ ਚੀਜ਼ ਇੰਪੋਰਟੈਂਟ ਹੋਈ ਸਾਡੇ ਲਈ? 0। ਠੀਕ ਹੈ, ਜਿਹੜੀ ਕਿ ਪ੍ਰਾਕ੍ਰਿਤਿਕ ਸੰਖਿਆ ਵਿੱਚ ਹੈ ਨਹੀਂ ਸੀ। ਫਿਰ ਬਾਅਦ ਵਿੱਚ ਇਹ ਹੌਲੀ ਹੌਲੀ ਸਮਝ ਆਇਆ ਕਿ 0 ਇੱਕ ਇਦਾਂ ਦਾ ਨੰਬਰ ਆ ਜਿਹਦਾ ਕੋਈ ਮੁੱਲ ਨਹੀਂ ਹੈਗਾ, ਪਰ ਜੇ ਉਹਨੂੰ ਦੋ ਨੰਬਰਾਂ ਦੇ ਵਿਚਕਾਰ ਲਗਾ ਦਿੱਤਾ ਜਾਵੇ ਜਾਂ ਕਿਸੇ ਨੰਬਰ ਦੇ ਪਿੱਛੇ ਲਗਾ ਦਿੱਤਾ ਜਾਵੇ ਤਾਂ ਉਹਦੀ ਵੈਲਿਊ ਜਿਹੜੀ ਹੈਗੀ ਆ ਵੱਧ ਜਾਂਦੀ ਆ। ਇਸ ਕਰਕੇ ਜਿਹੜੇ ਨੈਚੁਰਲ ਨੰਬਰ ਉਹਨਾਂ ਵਿੱਚ ਇੱਕ ਹੋਰ ਨੰਬਰ ਐਡ ਕੀਤਾ ਗਿਆ, ਦੈਟ ਇਜ਼ 0, ਫਿਰ 1 2 3 ਅਪ ਟੂ ਸੋ ਔਨ ਡੈਸ਼ ਡੈਸ਼ ਡੈਸ਼। ਠੀਕ ਹੈ, ਤੇ ਇਹ ਕੀ ਬਣ ਗਈਆਂ? ਪੂਰਨ ਸੰਖਿਆਵਾਂ। ਨੰਬਰ 3 ਹੁਣ ਸਾਡੇ ਕੋਲ ਆ ਗਈਆਂ ਆ ਸੰਪੂਰਨ ਸੰਖਿਆਵਾਂ। ਸੰਪੂਰਨ ਸੰਖਿਆਵਾਂ ਕਿਹੜੀਆਂ ਹੁੰਦੀਆਂ? ਹੁਣ ਇਹਦੇ ਵਿੱਚ ਫਿਰ ਬੰਦੇ ਦਿਮਾਗ ਵਿੱਚ ਆਇਆ ਕਿ ਲਾਈਕ ਜਿੱਦਾਂ ਹੁਣ ਮੈਂ ਕਿਸੇ ਨੂੰ ਕੋਈ ਚੀਜ਼ ਦੇਣੀ ਆ ਜਾਂ ਕਿਸੇ ਤੋਂ ਕੋਈ ਚੀਜ਼ ਲੈ ਰਿਹਾ ਆ, ਸਪੋਜ਼ ਮੈਂ ਕਿਸੇ ਨੂੰ 10 ਰੁਪਏ ਦਿੱਤੇ ਆ, ਠੀਕ ਹੈ, ਤੇ 10 ਰੁਪਏ ਜਾਂ ਫਿਰ ਲਏ ਆ। ਜਦੋਂ ਹੁਣ ਮੈਂ ਕਿਸੇ ਤੋਂ ਲਵਾਂਗਾ ਪੈਸੇ ਤਾਂ ਮੇਰੇ ਕੋਲ ਪੈਸੇ ਐਡ ਹੀ ਹੋ ਜਾਣਗੇ, ਮੈਂ ਉਹਨੂੰ ਲਿਖਾਂਗਾ ਕਿ ਮੇਰੇ ਕੋਲ ਜਮ੍ਹਾਂ ਹੋ ਗਏ 10 ਰੁਪਏ। ਪਰ ਜੇਕਰ ਮੈਂ ਕਿਸੇ ਨੂੰ ਦਿੱਤੇ ਤੇ ਮੈਂ ਉਹਨੂੰ ਕਿੱਦਾਂ ਲਿਖਾਂਗਾ? ਠੀਕ ਹੈ, ਉਹ ਚੀਜ਼ ਨੂੰ ਫਿਰ ਅੱਗੇ ਜ਼ਿਆਦਾ ਕਲੀਅਰ ਕਰਨ ਲਈ ਇੱਥੇ ਡਿਸਕਵਰੀ ਕੀਤੀ ਗਈ ਕਿ -10 ਲਿਖ ਸਕਦੇ ਹਾਂ ਅਸੀਂ ਉਹਨੂੰ। -10 ਜਿਹੜਾ ਸ਼ੋ ਕਰਦਾ ਕਿ ਚੀਜ਼ ਗਈ ਆ, ਪਲੱਸ ਦਾ ਮਤਲਬ ਕਿ ਚੀਜ਼ ਆਈ ਆ। ਠੀਕ ਹੈ, ਸੋ ਇਹ ਜਿਹੜੀ ਮਾਈਨਸ ਵਾਲੀਆਂ ਰਕਮਾਂ ਅਸੀਂ ਆਪਣੇ ਵੱਲੋਂ ਮੰਨੀਆਂ ਕਿ ਮਾਈਨਸ ਦੀਆਂ ਰਕਮਾਂ ਵੀ ਹੁੰਦੀਆਂ ਆ ਜਿਹੜੀਆਂ ਸ਼ੋ ਕਰਦੀਆਂ ਕਿ ਕਿਸੇ ਚੀਜ਼ ਦੀ ਵੈਲਿਊ ਘਟੀ ਆ। 0 ਤੋਂ ਮਤਲਬ ਹੁੰਦਾ ਕੁਝ ਵੀ ਨਹੀਂ ਹੈ, ਖਤਮ ਹੋ ਗਈ ਆ, ਤੇ 0 ਤੋਂ ਮਤਲਬ ਕਿ ਪਿੱਛੇ ਵੀ ਰਕਮਾਂ ਹੁੰਦੀਆਂ ਜਿਹੜੀਆਂ ਸ਼ੋ ਕਰਦੀਆਂ ਕਿ ਉਹਦੀ ਵੈਲਿਊ ਘਟ ਗਈ ਆ। ਠੀਕ ਹੈ, ਸੋ ਸੰਪੂਰਨ ਸੰਖਿਆਵਾਂ 'ਚ ਕੀ ਆ ਗਿਆ? ਸਾਡੇ ਕੋਲ ਪੂਰਨ ਸੰਖਿਆਵਾਂ ਤਾਂ ਪਹਿਲੇ ਹੀ ਸੀਗੀਆਂ, 0 1 2 3 ਡੈਸ਼ ਡੈਸ਼ ਡੈਸ਼। ਠੀਕ ਹੈ, ਤੇ ਇਹਨੇ ਦੱਸ ਦਿੱਤਾ ਇਹਦੇ ਵਿੱਚ ਕਿ ਸਾਡੇ ਕੋਲ ਇੱਥੇ ਬੈਕ ਦੇ ਵਿੱਚ ਵੀ ਰਕਮਾਂ ਹੁੰਦੀਆਂ ਜਿਹੜੀਆਂ ਕਿ ਘਟਾਓ ਵਿੱਚ ਆ ਜਾਂਦੀਆਂ, -1 -2 -3 ਡੈਸ਼ 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 ਚਲੀ ਜਾ ਰਹੀਆਂ। ਸੋ ਇਹ ਪੂਰੀ ਜਿਹੜੀ ਲਾਈਨ ਬਣ ਗਈ ਨਾ, ਸਾਨੂੰ ਇਹਨੂੰ ਰੇਖਾ ਲਾਈਨ ਵੀ ਬੋਲਦੇ ਆ। ਇਹਦੇ ਤੇ ਜਿਹੜੀਆਂ ਸੰਖਿਆਵਾਂ ਆ ਰਹੀਆਂ ਆ 0 ਤੋਂ ਖੱਬੇ ਪਾਸੇ ਸਾਡੇ ਕੋਲ ਆ ਰਹੀਆਂ ਆ ਰਿਣਾਤਮਕ ਬੱਚੇ ਹੁੰਦੀਆਂ ਹੈਗੀਆਂ ਨੈਗੇਟਿਵ, ਰਿਣਾਤਮਕ ਕਹਿੰਦੇ ਆ। ਠੀਕ ਆ, ਮਾਈਨਸ ਵਾਲੀਆਂ ਨੂੰ ਰਿਣਾਤਮਕ ਕਹਿੰਦੇ ਆ। ਤੇ ਸੱਜੇ ਪਾਸੇ ਨੂੰ ਆ ਰਹੀਆਂ ਧਨਾਤਮਕ। ਠੀਕ ਹੈ, ਜਮਾ ਵਾਲੀਆਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਅਸੀਂ ਕੀ ਬੋਲਣਾ ਆ? ਧਨਾਤਮਕ। ਤੇ ਇਹਨਾਂ ਨੂੰ ਕੀ ਬੋਲਣਾ? ਰਿਣਾਤਮਕ। ਜਮਾ ਵਾਲੀਆਂ ਧਨਾਤਮਕ, ਮਾਈਨਸ ਵਾਲੀਆਂ ਕੀ ਹੋ ਗਈਆਂ? ਰਿਣਾਤਮਕ। ਇਹ ਸੰਖਿਆਵਾਂ ਹੁੰਦੀਆਂ ਨੇ ਤੇ ਇਹਦੇ ਵਿੱਚ ਇੱਕ 0 ਹੁੰਦੀ ਹੈ ਸਾਡੇ ਕੋਲ। ਇਹ ਸਾਰੀਆਂ ਸਾਰੇ ਜਿਹੜੇ ਨੰਬਰਸ ਨੇ ਇਹਨਾਂ ਨੂੰ ਜਦੋਂ ਅਸੀਂ ਮਿਲਾ ਦਈਏ ਤਾਂ ਸਾਡੇ ਕੋਲ ਕੀ ਬਣ ਜਾਂਦਾ ਆ? ਸੰਪੂਰਨ ਸੰਖਿਆ ਦਾ ਗਰੁੱਪ ਬਣ ਜਾਂਦਾ ਹੈ। ਠੀਕ ਹੈ ਜੀ।
ਚਲੋ ਹੁਣ ਅਸੀਂ ਨੈਕਸਟ ਚੱਲਦੇ ਹਾਂ। ਨੈਕਸਟ ਸਾਡੇ ਕੋਲ ਆ ਨੰਬਰ 4 ਤੇ ਅਪਾਜ। ਹੁਣ ਅਪਾਜ ਸੰਖਿਆਵਾਂ, ਅਪਾਜ ਮਤਲਬ ਜਿਹੜੀਆਂ ਭਾਗ ਨਹੀਂ ਹੁੰਦੀਆਂ ਕਿਸੇ ਹੋਰ ਤੇ, ਠੀਕ ਆ। ਜਾਂ ਫਿਰ ਸਿੰਪਲ ਵਰਡਸ ਦੇ ਵਿੱਚ ਤੁਹਾਨੂੰ ਕਹਿ ਦਾਂ ਜਿਹਦੇ ਸਿਰਫ ਦੋ ਗੁਣਨਖੰਡ ਹੁੰਦੇ ਆ। ਕੀ ਹੁੰਦੇ ਆ? ਦੋ ਗੁਣਨਖੰਡ। ਕਿਵੇਂ? ਮੈਂ ਤੁਹਾਨੂੰ ਦੱਸਦੀ ਹਾਂ ਐਗਜ਼ਾਮਪਲ ਲੈ ਕੇ। ਅਸੀਂ ਐਗਜ਼ਾਮਪਲ ਲੈ ਲੈਂਦੇ ਆ 7 ਦੀ। ਹੁਣ ਬੱਚੇ ਮੈਨੂੰ ਦੱਸੋ ਕਿ 7 ਕਿਸੇ ਪਹਾੜੇ ਤੇ ਆਂਦਾ ਆ? ਸਿਰਫ ਆਪਣੇ ਪਹਾੜੇ ਤੇ ਆਉਂਦਾ ਆ? ਜਾਂ ਫਿਰ ਹਰ ਇੱਕ, ਤਾਂ ਇਹ ਗੱਲ ਯਾਦ ਰੱਖ ਲਓ ਕਿ ਜਿੰਨੇ ਵੀ ਨੰਬਰ ਆ ਨਾ ਸਾਰੇ ਇੱਕ ਦੇ ਪਹਾੜੇ ਤੇ ਆਉਂਦੇ। ਇੱਕ ਦਾ ਪਹਾੜਾ ਕਿੱਦਾਂ ਹੁੰਦਾ ਆ? ਇੱਕ ਏਕਮ ਇੱਕ, ਠੀਕ ਹੈ। ਫਿਰ ਇੱਕ ਦੂਣੀ ਦੋ, ਇੱਕ ਤੀਆ ਤਿੰਨ। ਮਤਲਬ ਕਿ ਜਿੰਨੀਆਂ ਵੀ ਰਕਮਾਂ ਨੇ ਸਾਰੀਆਂ ਇੱਕ ਦੇ ਪਹਾੜੇ ਤੇ ਆਉਂਦੀਆਂ। ਇਸ ਕਰਕੇ ਇੱਕ ਤਾਂ ਸਾਰਿਆਂ ਦਾ ਗੁਣਨਖੰਡ ਹੁੰਦਾ ਹੀ ਹੁੰਦਾ ਹੈ, ਠੀਕ ਹੈ। ਪਰ ਆਪਾਂ ਹੁਣ ਇੱਥੇ ਐਗਜ਼ਾਮਪਲ ਲਈਏ 7 ਦੀ, ਤੇ ਮੈਂ ਤੁਹਾਨੂੰ 7 ਦਾ ਹੀ ਦੱਸਾਂ ਕਿ 7 ਕਿਵੇਂ ਕਰਾਂਗੇ। 7 ਸਿਰਫ ਆਪਣੇ ਪਹਾੜੇ ਤੇ ਆਉਂਦਾ ਆ, ਤੇ ਦੂਸਰਾ ਕਿਤੇ ਆਏਗਾ ਇੱਕ ਦੇ ਪਹਾੜੇ ਤੇ। 1 ਗੁਣਾ 7 ਬਰਾਬਰ 7, ਜਾਂ ਫਿਰ 7 ਆਪਣੇ ਪਹਾੜੇ ਤੇ ਆਏਗਾ 7 ਏਕਮ 7, ਠੀਕ ਹੈ। ਇਹਦਾ ਮਤਲਬ ਕਿ 7 ਦੇ ਸਾਡੇ ਕੋਲ ਦੋ ਗੁਣਨਖੰਡ ਬਣੇ ਆ। ਇੱਕ ਤਾਂ ਹੋਊਗਾ ਹਰ ਇੱਕ ਦੇ ਵਿੱਚ, ਦੂਸਰਾ ਇਹਦਾ ਆਪਣਾ ਨੰਬਰ ਬਣ ਗਿਆ ਆਪਣੇ ਆਪ 'ਚ ਹੀ। ਸੋ ਇਹਦੇ ਸਿਰਫ ਦੋ ਗੁਣਨਖੰਡ ਬਣ ਗਏ, ਹੋਰ ਕਿਸੇ ਪਹਾੜੇ ਤੇ 7 ਨਹੀਂ ਆਉਂਦਾ। ਇਸ ਕਰਕੇ ਇਹਨੂੰ ਅਸੀਂ ਕਵਾਂਗੇ ਅਭਾਜ ਸੰਖਿਆਵਾਂ। ਅਭਾਜ ਸੰਖਿਆਵਾਂ ਸੋ ਕਿੱਥੋਂ ਸਟਾਰਟ ਹੁੰਦੀਆਂ ਆ? 2 ਤੋਂ, ਫਿਰ 3, ਫਿਰ 5, ਫਿਰ ਹਾਂਜੀ ਹਾਂਜੀ ਸੋਚੋ, ਸ਼ਾਬਾਸ਼ 7। ਉਸ ਤੋਂ ਬਾਅਦ 9 ਆਏਗਾ? ਨਹੀਂ। 9 ਕਿਉਂ ਨਹੀਂ ਆਏਗਾ? ਕਿਉਂਕਿ 9 3 ਦੇ ਪਹਾੜੇ ਤੇ ਆਂਦਾ। 3 ਤੀਏ 9, ਫਿਰ ਉਸ ਤੋਂ ਬਾਅਦ ਅਸੀਂ ਲਵਾਂਗੇ 11। ਇਦਾਂ ਸਾਡੇ ਕੋਲ ਨੰਬਰ ਆਉਂਦੇ ਜਾਣਗੇ। ਇਹਨਾਂ ਨੂੰ ਅਸੀਂ ਕਵਾਂਗੇ ਅਭਾਜ ਸੰਖਿਆਵਾਂ। ਇੱਕ ਗੱਲ ਹੋਰ, ਇੱਕ ਜਿਹੜਾ ਆ ਉਹ ਅਭਾਜ ਸੰਖਿਆ ਨਹੀਂ ਆ। ਕਿਉਂ ਨਹੀਂ ਹੈਗਾ? ਕਿਉਂਕਿ ਇੱਕ ਜਿਹੜਾ ਸਾਰੇ ਪਹਾੜਿਆਂ 'ਚ ਆਉਂਦਾ ਹੈ, ਆਉਂਦਾ ਨਾ ਸਾਰੇ ਪਹਾੜਿਆਂ 'ਚ ਇੱਕ। ਇਸ ਕਰਕੇ ਇਹਨੂੰ ਅਸੀਂ ਕਵਾਂਗੇ ਕਿ ਇਹ ਅਭਾਜ ਸੰਖਿਆ ਨਹੀਂ ਹੈਗੀ ਆ, ਠੀਕ ਹੈ। ਉਸ ਤੋਂ ਬਾਅਦ ਨੰਬਰ 5 ਤੇ ਭਾਜ ਸੰਖਿਆਵਾਂ। ਭਾਜ ਕਿਹੜੀਆਂ ਹੁੰਦੀਆਂ? ਜਿਹੜੀਆਂ ਭਾਗ ਹੋ ਜਾਂਦੀਆਂ ਸਾਰਿਆਂ ਤੇ। ਸੋ ਇਹ ਸਟਾਰਟ ਹੋਣਗੀਆਂ, ਚਲੋ ਪਹਿਲੇ ਇਹਦੀ ਐਗਜ਼ਾਮਪਲ ਕਰ ਲੈਂਦੇ ਹਾਂ। ਭਾਜ ਸੰਖਿਆ 'ਚ ਅਸੀਂ ਐਗਜ਼ਾਮਪਲ ਲੈ ਲੈਂਦੇ ਹਾਂ 8 ਦੀ। ਹੁਣ 8 ਦੇਖੋ, ਪਹਿਲੇ ਤਾਂ ਇੱਕ ਦੇ ਪਹਾੜੇ ਤੇ ਆਊਗਾ। 1 8 8, ਦੈਨ 8 ਏਕਮ 8। ਹੋਰ 8 ਕਿਹੜੇ ਪਹਾੜੇ ਤੇ ਆਉਂਦਾ? 2 ਦੇ ਪਹਾੜੇ ਤੇ ਆਉਂਦਾ। 2 ਚੌਕੇ 8, ਫਿਰ 2 ਤੋਂ ਬਾਅਦ 3 ਦੇ ਪਹਾੜੇ ਤੇ ਆਉਂਦਾ? ਨਹੀਂ। 4 ਦੇ ਪਹਾੜੇ ਤੇ ਆਉਂਦਾ, ਹਾਂਜੀ। 4 ਦੂਣੀ 8। 5 ਦੇ ਪਹਾੜੇ ਤੇ ਨਹੀਂ ਆਉਂਦਾ, 6 ਦੇ ਪਹਾੜੇ ਤੇ ਨਹੀਂ ਆਉਂਦਾ, 7 ਦੇ ਪਹਾੜੇ ਤੇ ਨਹੀਂ ਆਉਂਦਾ, 8 ਦੇ ਪਹਾੜੇ ਤੇ ਆਉਂਦਾ। ਉਹ ਮੈਂ ਲਿਖਤਾ ਇੱਥੇ ਉੱਪਰ ਹੀ, ਠੀਕ ਹੈ। ਸੋ 8 ਦੇ ਗੁਣਨਖੰਡ ਸਾਡੇ ਕੋਲ ਕੀ ਹੋ ਗਏ ਆ? 1, 8, 2, 4। ਆ ਜਿਹੜੇ ਇੱਧਰਲੀ ਸਾਈਡ ਲਿਖੇ ਹੋਈ ਨਾ, 1 8 2 4, ਇਹ ਸਾਰੇ ਇਹਦੇ ਗੁਣਨਖੰਡ ਆ। ਹੁਣ ਇਹਦੇ ਗੁਣਨਖੰਡ ਤੁਸੀਂ ਦੇਖ ਸਕਦੇ ਆ 2 ਤੋਂ ਵੱਧ ਆ। 2 ਤੋਂ ਵੱਧ ਇਹਦੇ ਕੀ ਆ? ਗੁਣਨਖੰਡ। ਜਦੋਂ 2 ਤੋਂ ਵੱਧ ਗੁਣਨਖੰਡ ਹੋ ਗਏ ਤਾਂ ਉਹ ਰਕਮ ਨੂੰ ਅਸੀਂ ਕਵਾਂਗੇ ਭਾਜ, ਠੀਕ ਹੈ ਜੀ। ਹੁਣ ਇਹਦਾ ਮਤਲਬ ਸਟਾਰਟ ਅਸੀਂ ਦੇਖਾਂਗੇ ਕਿੱਥੋਂ ਹੁੰਦੀਆਂ ਇਹ ਵਾਲੀਆਂ। ਸਭ ਤੋਂ ਪਹਿਲਾ ਨੰਬਰ ਜਿਹੜਾ ਭਾਜ ਆ 2 ਹੋਊਗਾ? ਨਹੀਂ। 3 ਹੋਊਗਾ? ਨਹੀਂ। 4 ਹੋਏਗਾ? ਹਾਂਜੀ 4 ਹੋਏਗਾ। ਉਸ ਤੋਂ ਬਾਅਦ 6, ਫਿਰ 7 ਨਹੀਂ ਹੋਏਗਾ, 8, 9 ਹੋਏਗਾ ਕਿਉਂਕਿ 9 ਵੀ 3 ਦੇ ਪਹਾੜੇ ਤੇ ਆਉਂਦਾ ਆ। 10 5 ਦੇ ਪਹਾੜੇ ਤੇ ਆਉਂਦਾ ਆ, ਠੀਕ ਹੈ ਜੀ। ਉਸ ਤੋਂ ਬਾਅਦ 11 ਨਹੀਂ ਹੋਏਗਾ, ਦੈਨ 12, 12 ਤੋਂ ਬਾਅਦ 14, ਠੀਕ ਹੈ ਜੀ। ਇੱਦਾਂ ਇਹ ਨੰਬਰ ਅੱਗੇ ਤੋਂ ਅੱਗੇ ਚੱਲਦੇ ਜਾਣਗੇ। ਦੈਨ ਨੰਬਰ 6, ਹੁਣ ਅਸੀਂ ਕਰਾਂਗੇ ਈਵਨ ਨੰਬਰ ਤੇ ਔਡ ਨੰਬਰ ਵਾਲਾ ਕੰਸੈਪਟ। ਈਵਨ ਨੰਬਰ ਨੂੰ ਅਸੀਂ ਪੰਜਾਬੀ 'ਚ ਕੀ ਬੋਲਦੇ ਹਾਂ? ਜਿਸਤ ਸੰਖਿਆਵਾਂ। ਜਿਸਤ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ? ਬਹੁਤ ਈਜ਼ੀ ਆ ਔਰ ਇੰਪੋਰਟੈਂਟ ਆ। ਬੱਚਿਆਂ ਨੂੰ ਨਹੀਂ ਪਤਾ ਹੁੰਦਾ ਜਿਸਤ ਤੇ ਟਾਂਗ ਸੰਖਿਆਵਾਂ ਬਾਰੇ ਵੀ, ਜਦਕਿ ਇਹ ਬਹੁਤ ਹੀ ਜ਼ਰੂਰੀ ਆ ਬੱਚੇ ਸਾਰਿਆਂ ਨੂੰ ਸਮਝਣਾ। ਜਿਸਤ ਸੰਖਿਆਵਾਂ ਕੀ ਹੁੰਦੀਆਂ ਨੇ? ਉਹ ਸੰਖਿਆਵਾਂ ਜਿਹੜੀਆਂ 2 ਦੇ ਪਹਾੜੇ ਤੇ ਆਉਂਦੀਆਂ, ਜਾਂ ਫਿਰ ਤੁਸੀਂ ਕਹਿ ਲਓ ਕਿ 2 ਤੇ ਭਾਗ ਹੋ ਜਾਂਦੀਆਂ ਆ। ਐਗਜ਼ਾਮਪਲ ਅਸੀਂ ਲਵਾਂਗੇ 2 4 6 8 10 ਅਪ ਟੂ ਸੋ ਔਨ, ਠੀਕ ਹੈ। ਕਿੱਦਾਂ? ਦੇਖੋ 2 ਦੇ ਪਹਾੜੇ ਤੇ 2 ਆਉਂਦਾ, 2 ਦੇ ਪਹਾੜੇ ਤੇ 4 ਵੀ ਆਉਂਦਾ, 6 ਵੀ ਆਉਂਦਾ, 8 ਵੀ ਆਉਂਦਾ, 10 ਵੀ ਆਉਂਦਾ। ਜੇ ਮੈਂ ਕਹਾਂ 5 ਨਹੀਂ,
5 ਨਹੀਂ ਆਂਦਾ। ਠੀਕ ਹੈ, ਇੱਕ ਤਾਂ ਇਹ ਤਰੀਕਾ ਹੈ ਇਹਦਾ। ਬਟ ਜੇ ਤੁਹਾਡੇ ਕੋਲ ਵੱਡੀ ਰਕਮ ਆ ਜਾਂਦੀ ਆ, ਸਪੋਜ਼ ਤੁਹਾਡੇ ਕੋਲ ਆ ਗਿਆ 516, ਹੁਣ ਤੁਸੀਂ ਕਿੱਦਾਂ ਪਤਾ ਕਰੋਗੇ ਕਿ ਇਹ ਜਿਹੜੀ ਰਕਮ ਆ ਇਹ ਜਿਸ ਦਾ ਕਿ ਨਹੀਂ? ਇਹਦਾ ਤੁਸੀਂ ਲਾਸਟ ਨੰਬਰ ਦੇਖਣਾ ਹੁੰਦਾ ਹੈ। ਲਾਸਟ ਨੰਬਰ ਕੀ ਹੈ? 6। 6 ਆ ਨਾ, 6 2 ਦੇ ਪਹਾੜੇ ਤੇ ਆਂਦਾ? ਹਾਂਜੀ ਆਂਦਾ ਆ, 2 ਤੀਏ 6 ਆਂਦਾ ਨਾ। ਸੋ ਇਹ ਕੀ ਹੋ ਗਈ? ਜਿਸਤ ਸੰਖਿਆ। ਉਸ ਤੋਂ ਬਾਅਦ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਆ, ਲੈ ਲੈਣੀ ਮੈਂ ਤੇ 818। ਹੁਣ ਇਹ ਚੈੱਕ ਕਰੋ ਕਿ ਇਹ ਜਿਸਤ ਸੰਖਿਆ ਹੈ। ਲਾਸਟ ਨੰਬਰ ਲੈ ਲਓ, ਲਾਸਟ ਨੰਬਰ ਕੀ ਆ? 8। 8 2 ਦੇ ਪਹਾੜੇ ਤੇ ਆਂਦਾ? ਹਾਂਜੀ ਆਂਦਾ ਆ, 2 ਚੌਕੇ 8। ਸੋ ਇਹ ਵੀ ਕੀ ਹੋਏਗੀ? ਜਿਸਤ ਸੰਖਿਆ। ਇੱਕ ਗੱਲ ਹੋਰ, ਕਿਸੇ ਵੀ ਨੰਬਰ ਦੇ ਲਾਸਟ ਵਿੱਚ 0 ਹੋਵੇ ਤਾਂ ਜਿਸਤ ਹੁੰਦੀ ਆ। ਜਿੱਦਾਂ ਕਿ 820 ਲਾਸਟ 'ਚ ਕੀ ਆ? 0 ਆ ਨਾ, ਤੇ ਜਿਸਤ ਹੋਏਗੀ। ਆਪਣੇ ਮਾਈਂਡ 'ਚ ਬਿਠਾ ਲਓ, ਕਿਸੇ ਵੀ ਨੰਬਰ ਦੇ ਲਾਸਟ ਵਿੱਚ 0 ਹੋਵੇ ਤਾਂ ਉਹ ਕੀ ਹੁੰਦੀ ਆ? ਜਿਸਤ ਸੰਖਿਆ ਹੁੰਦੀ ਹੈ। ਮੈਂ ਪ੍ਰੂਫ ਵੀ ਕਰ ਦਿੰਦੀ ਆ ਕਿਵੇਂ ਹੁੰਦੀ ਆ। 820 ਨੂੰ 2 ਨਾਲ ਭਾਗ ਕਰ ਲਓ। ਇੱਥੇ ਆ ਜਾਏਗਾ 4 ਦੂਣੀ 8, ਦੈਨ 2 ਉਤਾਰੇ, 1 ਦੂਣੀ ਦੂਣੀ, ਦੈਨ 0 ਉਤਾਰਿਆ, ਤੇ ਇੱਥੇ ਕਿੰਨਾ ਆ ਗਿਆ? 0। ਕਲੀਅਰ ਆ ਜੀ? ਸੋ ਆ ਦੇਖੋ ਪੂਰਾ ਪੂਰਾ ਭਾਗ ਹੋ ਗਿਆ ਨਾ, ਤੇ ਇਸ ਕਰਕੇ ਅਸੀਂ ਕਵਾਂਗੇ ਕਿ ਇਹ ਕੀ ਹੈ? ਜਿਸ ਸੰਖਿਆ। ਸਿੰਪਲ ਜੀ ਗੱਲ ਆ, ਸਿੱਧਾ ਯਾਦ ਰੱਖ ਲਓ ਬਸ ਕਿ ਕਿਸੇ ਵੀ ਨੰਬਰ ਦੇ ਲਾਸਟ 'ਚ 0 ਆਂਦਾ ਤੇ ਉਹ ਵੀ ਕੀ ਹੋਏਗੀ? ਜਿਸਤ ਸੰਖਿਆ। ਕਲੀਅਰ ਜੀ? ਚਲੋ ਹੁਣ ਨੈਕਸਟ ਚੱਲਦੇ ਹਾਂ। ਜਿਸਤ ਕੀਤਾ ਸੀ, ਜਿਸ ਤੋਂ ਬਾਅਦ ਹੁਣ ਆਪਾਂ ਆ ਜਾਾਂਗੇ ਟਾਂਕ ਸੰਖਿਆਵਾਂ ਤੇ। ਟਾਂਕ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਬੱਚੇ? ਜਿਸ ਦਾ ਉਲਟਾ ਲੈ ਲਓ ਤੇ ਟਾਂਕ ਸੰਖਿਆ ਬਣ ਜਾਂਦੀ ਆ। ਟਾਂਕ ਸੰਖਿਆ ਕਿਹੜੀ ਹੋ ਗਈ? ਉਹ ਸੰਖਿਆਵਾਂ ਜਿਹੜੀਆਂ 2 ਤੇ ਭਾਗ ਨਹੀਂ ਹੁੰਦੀਆਂ। ਬਸ ਉੱਥੇ ਅਸੀਂ ਲਿਆ ਸੀਗਾ 2 4 6, ਹੁਣ ਇੱਥੇ 1 ਤੋਂ ਸਟਾਰਟ ਕਰ ਦਿੰਦੇ। 1 ਦੂਣੀ ਦੇ ਪਹਾੜੇ ਤੇ ਨਹੀਂ ਆਂਦਾ, 2 ਆਂਦਾ, 2 ਨੂੰ ਨਹੀਂ ਲਿਖਣਾ। 3 ਆਂਦਾ? ਨਹੀਂ ਆਂਦਾ, 3 ਲਿਖੋ 3। ਫਿਰ 4 ਛੱਡ ਕੇ 5, 6 ਛੱਡ ਕੇ 8, 8 ਛੱਡ ਕੇ ਸੌਰੀ 6 ਹਾਂ 7। ਉਸ ਤੋਂ ਬਾਅਦ 9, ਫਿਰ 11, ਫਿਰ ਕਿੰਨਾ ਆ ਗਿਆ? 13 ਅਪ ਟੂ ਸੋ ਔਨ। ਠੀਕ ਹੈ ਜੀ, ਇਹ ਟਾਂਕ ਸੰਖਿਆਵਾਂ ਹੋ ਗਈਆਂ। ਸੋ ਟਾਂਕ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ? ਉਹ ਸੰਖਿਆਵਾਂ ਜਿਹੜੀਆਂ 2 ਦੇ ਪਹਾੜੇ ਤੇ ਭਾਗ ਨਹੀਂ ਹੁੰਦੀਆਂ। ਐਗਜ਼ਾਮਪਲ ਲੈ ਲੈਣੇ ਇਹਦੀ ਜੀ। 819 ਲਾਸਟ ਦੇ ਵਿੱਚ ਕਿਹੜਾ ਨੰਬਰ ਆ? 9। 9 ਜਿਹੜਾ ਆ ਦੂਣੀ ਦੇ ਪਹਾੜੇ ਤੇ ਆਂਦਾ ਆ? ਨਹੀਂ ਆਂਦਾ। ਜਾਂ ਫਿਰ ਇਹਨੂੰ ਭਾਗ ਕਰਕੇ ਵੇਖ ਲਓ। 2 4 ਦੂਣੀ 8, 1 ਬਚ ਗਿਆ, ਇਹ ਬਾਕੀ ਬਚ ਗਿਆ ਨਾ, ਪੂਰਾ ਪੂਰਾ ਭਾਗ ਨਹੀਂ ਹੋਇਆ। ਸੋ ਇਹ ਕੀ ਆ? ਇੱਕ ਟਾਂਕ ਸੰਖਿਆ। ਕਲੀਅਰ ਆ? ਚਲੋ ਟਾਂਕ ਸੰਖਿਆ ਵੀ ਕਲੀਅਰ ਹੋ ਗਈ ਤੁਹਾਨੂੰ। ਨੈਕਸਟ ਜਿਹੜਾ ਕੰਸੈਪਟ ਆ ਉਹ ਥੋੜੀ ਜਿਹੜੇ ਵੱਡੇ ਕਲਾਸਿਸ ਦੇ ਬੱਚੇ ਆ ਉਹਨਾਂ ਲਈ ਵੀ ਇੰਪੋਰਟੈਂਟ ਆ, ਸਪੈਸ਼ਲੀ 9th ਤੇ 10th ਦੇ ਲਈ। ਠੀਕ ਹੈ ਜੀ, ਬੱਚੇ ਇਹਦੇ ਵਿੱਚ ਬੜਾ ਕਨਫਿਊਜ਼ ਹੁੰਦੇ ਆ। ਇਹਨੂੰ ਅਸੀਂ ਕਹਿੰਦੇ ਆ ਰੈਸ਼ਨਲ ਨੰਬਰ, ਜਿਹਨੂੰ ਪੰਜਾਬੀ 'ਚ ਬੋਲਦੇ ਆ ਪਰਮੇਯ ਸੰਖਿਆਵਾਂ। ਠੀਕ ਹੈ, ਪਰਮੇਯ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ? ਸਿੰਪਲ ਲੈਂਗੁਏਜ ਤੁਹਾਨੂੰ ਦੱਸਣੀਆਂ ਉਹ ਵਾਲੀਆਂ ਸੰਖਿਆਵਾਂ ਜਿਨ੍ਹਾਂ ਨੂੰ ਅਸੀਂ ਬਟੇ ਵਿੱਚ ਲਿਖ ਸਕਦੇ ਹਾਂ। ਬਟੇ ਦੇ ਵਿੱਚ ਕਿਹੜੀਆਂ ਰਕਮਾਂ ਹੁੰਦੀਆਂ? ਜਿੱਦਾਂ 2/3, 4/2, ਬਟੇ ਦੇ ਵਿੱਚ ਲਿਖਤਾ ਨਾ। ਇਹਦੇ ਵਿੱਚ ਜਿਹੜਾ ਆ ਉੱਪਰ ਵਾਲੀ ਰਕਮ ਹੁੰਦੀ ਹੈ ਇਹਨੂੰ ਅਸੀਂ ਕਹਿੰਦੇ ਆ ਅੰਸ਼, ਨੀਚੇ ਵਾਲੀ ਨੂੰ ਕੀ ਕਹਿੰਦੇ ਆ? ਹਰ। ਜੇ ਅਸੀਂ ਇੰਗਲਿਸ਼ ਦੀ ਗੱਲ ਕਰੀਏ ਤਾਂ ਉੱਪਰ ਵਾਲੇ ਨੂੰ ਕਹਿੰਦੇ ਆ ਅਸੀਂ ਨਿਊਮੀਰੇਟਰ, ਨੀਚੇ ਵਾਲੇ ਨੂੰ ਕਹਿੰਦੇ ਆ ਡਿਨੋਮੀਨੇਟਰ। ਠੀਕ ਹੈ, ਹੁਣ ਇੱਥੇ ਜਿਹੜਾ ਅੰਸ਼ ਆ, ਅੰਸ਼ ਨੂੰ ਅਸੀਂ p ਲਿਖ ਸਕਦੇ ਹਾਂ ਤੇ ਹਰ ਨੂੰ ਲਿਖ ਸਕਦੇ ਹਾਂ q। ਮਤਲਬ ਕਿ ਉਹ ਵਾਲੀਆਂ ਰਕਮਾਂ ਜਿਹਨੂੰ ਅਸੀਂ p/q ਦੀ ਫਾਰਮ 'ਚ ਲਿਖ ਸਕਦੇ ਹਾਂ ਉਹਨੂੰ ਅਸੀਂ ਕਹਿੰਦੇ ਆ ਪਰਮੇਯ ਸੰਖਿਆਵਾਂ। ਪਰ ਸ਼ਰਤ ਇੱਥੇ ਕੀ ਆ ਕਿ ਜਿਹੜਾ ਥੱਲੇ ਹਰ ਹੁੰਦਾ ਨਾ, ਮਤਲਬ q ਦਾ ਮੁੱਲ ਆ, ਉਹ ਕਦੇ ਵੀ 0 ਨਹੀਂ ਹੋਣਾ ਚਾਹੀਦਾ। 0 ਮਤਲਬ ਕਿਦਾਂ ਕਿ 2 ਜੇ 0 ਆ ਗਿਆ ਨਾ, ਇਹ ਨੰਬਰ ਜਿਹੜਾ ਆ ਇਹ ਐਗਜ਼ਿਸਟ ਨਹੀਂ ਕਰਦਾ, ਇਹ ਨੰਬਰ ਹੋ ਹੀ ਨਹੀਂ ਸਕਦਾ। ਕਿਸੇ ਵੀ ਰਕਮ ਦੇ ਨੀਚੇ 0 ਨਹੀਂ ਆਣਾ ਚਾਹੀਦਾ। ਠੀਕ ਹੈ, ਜਿਹੜਾ ਥੱਲੇ ਆ ਮੁੱਲ 1 ਹੋ ਸਕਦਾ ਆ। ਅੱਛਾ ਇੱਕ ਗੱਲ ਹੋਰ ਸਮਝ ਲਓ, ਮੈਂ ਇੱਥੇ 4 ਲਿਖਿਆ, ਕੀ ਇਹ ਪਰਮੇਯ ਸੰਖਿਆ ਹੈਗੀ ਆ? ਕੁਝ ਬੱਚੇ ਕਹਿਣਗੇ ਨਹੀਂ ਜੀ ਇਹ ਤਾਂ ਬਟੇ ਵਿੱਚ ਹੈ ਨਹੀਂ ਤੇ ਪਰਮੇਯ ਸੰਖਿਆ ਨਹੀਂ ਹੋਊਗੀ। ਬੱਚੇ ਪਰਮੇਯ ਸੰਖਿਆ ਹੈ, ਕਿਉਂਕਿ ਕੋਈ ਵੀ ਸਿੰਪਲ ਵੀ ਨੰਬਰ ਆ ਨਾ ਉਹਦੇ ਬਟੇ ਵਿੱਚ ਹਮੇਸ਼ਾ 1 ਹੁੰਦਾ, ਜਿਹੜਾ ਕਦੀ ਸ਼ੋ ਨਹੀਂ ਕਰਦੇ ਅਸੀਂ ਸਿੰਪਲ ਲਿਖ ਦਿੰਦੇ ਆ 4।
ਕਿਉਂਕਿ ਥੱਲੇ 1 ਲਿਖਣ ਦੀ ਜ਼ਰੂਰਤ ਨਹੀਂ ਹੁੰਦੀ ਆ। ਜੇ 5 ਆ ਨਾ, 5 ਦੇ ਥੱਲੇ ਵੀ ਕੀ ਹੁੰਦਾ ਆ, 1 ਹੁੰਦਾ, 5/1 ਹੁੰਦਾ ਆ। ਜੇ ਸਿੰਪਲ ਤੁਸੀਂ 10 ਲਿਖਿਆ ਤਾਂ ਉਹਨੂੰ ਵੀ ਬਟੇ 'ਚ ਲਿਖ ਸਕਦੇ। ਕਿੱਦਾਂ ਲਿਖ ਸਕਦੇ? 10/1। ਸੋ ਇਹ ਸਾਰੀਆਂ ਸੰਖਿਆਵਾਂ ਕੀ ਆ? ਪਰਮੇਯ ਸੰਖਿਆਵਾਂ। ਕਿਹੜੀਆਂ ਸੰਖਿਆਵਾਂ? ਪਰਮੇਯ। ਪਰਮੇਯ ਸੰਖਿਆਵਾਂ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਬਟੇ ਦੀ ਫਾਰਮ ਦੇ ਵਿੱਚ ਲਿਖ ਸਕਦੇ ਹਾਂ। ਠੀਕ ਹੈ, ਇੱਥੇ ਮੈਂ ਕੁਝ ਹੋਰ ਤੁਹਾਨੂੰ ਕਨਸੈਪਟ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਸੰਖਿਆਵਾਂ ਇਦਾਂ ਦੀਆਂ ਹੁੰਦੀਆਂ ਬਟੇ ਵਾਲੀਆਂ ਕਿ ਜਿਨ੍ਹਾਂ ਨੂੰ ਅਸੀਂ ਭਾਗ ਕਰਦੇ ਹਾਂ ਤੇ ਉਹ ਪੂਰੀਆਂ ਪੂਰੀਆਂ ਭਾਗ ਨਹੀਂ ਹੁੰਦੀਆਂ, ਤੇ ਫਿਰ ਉਹ 'ਚ ਕਨਫਿਊਜ਼ਨ ਹੋ ਜਾਂਦੀ ਬੱਚਿਆਂ ਨੂੰ ਕਿ ਇਹ ਪਰਮੇਯ ਸੰਖਿਆ ਹੈਗੀ ਆ ਕਿ ਨਹੀਂ। ਠੀਕ ਹੈ, ਪਰਮੇਯ ਸੰਖਿਆ ਨੂੰ ਹੀ ਥੋੜਾ ਅਸੀਂ ਹੋਰ ਚੰਗੀ ਤਰ੍ਹਾਂ ਸਮਝੀਏ। ਹੁਣ ਮੈਂ ਇੱਕ ਐਗਜ਼ਾਮਪਲ ਲੈ ਲੈਂਦੀ ਹਾਂ, 1/3। ਠੀਕ ਹੈ, ਅਸੀਂ ਚੈੱਕ ਕਰਨਾ ਹੈ ਕਿ ਇਹ ਪਰਮੇਯ ਸੰਖਿਆ ਹੈ ਕਿ ਨਹੀਂ। ਉਹਦੇ ਲਈ ਕੀ ਕਰਨਾ, ਆ ਉੱਪਰ ਹੁੰਦਾ ਹੈ ਅੰਸ਼, ਆ ਹੁੰਦਾ ਹੈ ਹਰ, ਮਤਲਬ ਉੱਪਰ ਵਾਲੇ ਨੂੰ p ਕਹਿੰਦੇ, ਨੀਚੇ ਵਾਲੇ ਨੂੰ q ਲਿਖ ਲੈਣੇ। ਤੁਹਾਡੇ ਮੈਥ ਵਿੱਚ ਜਿਹਦਾ ਸ਼ੋ ਕੀਤਾ ਹੋਇਆ ਉਸ ਹਿਸਾਬ ਨਾਲ ਮੈਂ ਦੱਸ ਰਹੀ ਹਾਂ। ਆ ਉੱਪਰ ਵਾਲੀ ਰਕਮ ਵਿੱਚ ਰੱਖੀ ਦੀ ਹਮੇਸ਼ਾ ਬ੍ਰੈਕਟ ਦੇ, ਤੇ ਬਾਹਰ ਕੀ ਆ ਜਾਏਗਾ? 3। ਹੁਣ 3 ਦੇ ਪਹਾੜੇ ਤੇ 1 ਨਹੀਂ ਆਊਗਾ ਕਿਉਂਕਿ ਇੱਕ ਛੋਟਾ ਅਸੀਂ ਆਪਣੇ ਵੱਲੋਂ 0 ਲਗਾਈ, ਇੱਥੇ ਆ ਗਿਆ 0 ਪੁਆਇੰਟ। ਹੁਣ ਆ ਗਿਆ 3 ਤੀਏ 9, 10 'ਚੋਂ 9 ਕੱਢੇ, 1 ਆਪਣੇ ਵੱਲੋਂ 0 ਲਗਾਈ। ਫਿਰ ਕਿੰਨਾ ਆ ਗਿਆ? 3 ਤੀਏ 9, 10 'ਚੋਂ 9 ਕੱਢੇ, 1 ਆਪਣੇ ਵੱਲੋਂ ਫਿਰ 0 ਲਗਾਈ। 3 ਤੀਏ 9 ਮਾਈਨਸ 1, ਫਿਰ 0 ਲਗਾਈ। 3 ਤੀਏ 9। ਹੁਣ ਇਹ ਤੁਸੀਂ ਦੇਖੋ ਕਿ ਇਹ ਜਿਹੜੀ ਹੈਗੇ ਆ ਭਾਗ ਖਤਮ ਹੀ ਨਹੀਂ ਹੋ ਰਹੀ ਹੈ, ਤਾਂ ਅੱਗੇ ਤੋਂ ਅੱਗੇ ਵਧੀ ਜਾ ਰਹੀ ਆ। ਠੀਕ ਹੈ, ਤੇ ਨਾਲ ਇਹਦਾ ਆਨਸਰ ਕੀ ਆ ਰਿਹਾ? ਉੱਪਰ ਤੁਹਾਨੂੰ ਆਨਸਰ ਵੀ ਦਿਖ ਰਿਹਾ ਕਿ 0.33333 ਆਈ ਜਾਂਦਾ। ਇਹ ਸਾਰਾ ਇੱਦਾਂ ਹੀ ਆਈ ਜਾਣਾ। ਇਹਦਾ ਮਤਲਬ ਕਿ 1/3 ਦਾ ਜਿਹੜਾ ਮੁੱਲ ਆ ਉਹ ਕੀ ਬਣਿਆ? 0.3333 ਚੱਲੀ ਜਾ ਰਿਹਾ, ਚੱਲੀ ਜਾ ਰਿਹਾ। ਇਹ ਇਦਾਂ ਦੀ ਰਕਮ ਹੋ ਗਈ ਆ ਜਿਹਨੂੰ ਅਸੀਂ ਭਾਗ ਕਰੀਏ ਤੇ ਜਿਹੜਾ ਉਹਦਾ ਆਨਸਰ ਆ ਉਹ ਕੀ ਆ ਰਿਹਾ ਆ? ਨੌਨ ਟਰਮੀਨੇਟਿੰਗ। ਨੌਨ ਟਰਮੀਨੇਟਿੰਗ। ਨੌਨ ਟਰਮੀਨੇਟਿੰਗ ਦਾ ਮਤਲਬ ਆ ਖਤਮ ਨਹੀਂ ਹੋ ਰਿਹਾ। ਨਹੀਂ ਹੋ ਰਿਹਾ ਨਾ, ਇਹਦਾ ਆਨਸਰ ਵਧੀ ਜਾ ਰਿਹਾ, ਖਤਮ ਨਹੀਂ ਹੋ ਰਿਹਾ। ਤੇ ਨਾਲ ਹੀ ਤੁਸੀਂ ਕਹਿ ਸਕਦੇ ਹੋ ਰਿਪੀਟਿੰਗ। ਰਿਪੀਟਿੰਗ ਵੀ ਹੈਗਾ ਹੈ ਇਹ। ਰਿਪੀਟਿੰਗ ਦਾ ਮਤਲਬ ਕੀ ਆ? ਕਿ ਉਹੀ ਆਈ ਜਾ ਰਿਹਾ, ਉਹੀ ਬਾਰ-ਬਾਰ ਆ ਰਿਹਾ ਨਾ, 3 3 3 3 3 3। ਸੋ ਇਦਾਂ ਦੀਆਂ ਰਕਮਾਂ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਭਾਗ ਕਰੀਏ ਤੇ ਉਹਦਾ ਆਨਸਰ ਕੀ ਆ ਰਿਹਾ? ਨੌਨ ਟਰਮੀਨੇਟਿੰਗ ਆ ਰਿਹਾ ਤੇ ਰਿਪੀਟਿੰਗ। ਖਤਮ ਵੀ ਨਹੀਂ ਹੋ ਰਿਹਾ ਪਰ ਉਹੀ ਆਈ ਜਾ ਰਿਹਾ, ਮੁੜ ਮੁੜ ਕੇ ਆਈ ਜਾ ਰਿਹਾ। ਤਾਂ ਉਹ ਵੀ ਕੀ ਹੁੰਦੀਆਂ ਨੇ? ਪਰਮੇਯ ਸੰਖਿਆਵਾਂ। ਸੋ ਇਹ ਜਿਹੜਾ 1/3 ਆ ਇਹ ਵੀ ਕੀ ਆ? ਪਰਮੇਯ ਸੰਖਿਆ ਆ। ਠੀਕ ਹੈ ਜੀ। ਇਦਾਂ ਹੀ ਹੋਰ ਐਗਜ਼ਾਮਪਲ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। 1/2 ਲੈ ਲਓ। 1/2, 1 ਵਿੱਚ ਰੱਖ ਕੇ 2 ਨਾ ਕੀਤੀ ਭਾਗ, 0 ਲਗਾਈ, ਆਪਣੇ ਵੱਲੋਂ ਆ ਗਿਆ ਇੱਥੇ 0 ਪੁਆਇੰਟ, ਤੇ ਦੈਨ 5 ਦੂਣੀ 10। ਆ ਦੇਖੋ ਖਤਮ ਹੋ ਗਿਆ ਨਾ, ਭਾਗ ਹੋ ਗਈ ਪੂਰੀ। ਆਨਸਰ ਕਿੰਨਾ ਆ ਗਿਆ? 0.5। ਸੋ ਇਹਨੂੰ ਅਸੀਂ ਕਹਿਣਾ ਹੈ ਟਰਮੀਨੇਟਿੰਗ। ਟਰਮੀਨੇਟਿੰਗ। ਟਰਮੀਨੇਟਿੰਗ ਦਾ ਮਤਲਬ ਖਤਮ ਹੋ ਗਿਆ। ਇਹਦਾ ਆਨਸਰ ਜਿਹੜਾ ਕੀ ਸੀ? ਖਤਮ ਹੋ ਗਿਆ। ਇਹ ਵੀ ਕੀ ਹੈਗੀ ਹੈ? ਇੱਕ ਪਰਮੇਯ ਸੰਖਿਆ। ਠੀਕ ਹੈ ਜੀ, ਚਲੋ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ ਆ। ਇੱਥੇ ਪਰਮੇਯ ਸੰਖਿਆ ਦੇ ਵਿੱਚ ਹੀ ਲਾਸਟ ਇੱਕ ਹੋਰ ਚੀਜ਼ ਦੱਸਣਾ ਚਾਹੁੰਦੀ ਹਾਂ ਮੈਂ ਤੁਹਾਨੂੰ। ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ 1/3 ਦੀ, 1/3 ਦੀ, ਇਹਦਾ ਆਨਸਰ ਮੈਂ ਤੁਹਾਨੂੰ ਦੱਸਿਆ 0.3333 ਅਪ ਟੂ ਸੋ ਔਨ। ਇਹਨੂੰ ਨਾ ਤੁਸੀਂ ਇਦਾਂ ਵੀ ਲਿਖ ਸਕਦੇ ਹੋ 0.3 ਦੇ ਉੱਪਰ ਬਾਰ ਪਾ ਕੇ। ਆ ਜਿਹੜਾ 3 ਦੇ ਉੱਪਰ ਮੈਂ ਲਾਈਨ ਜੀ ਬਣਾਈ ਨਾ, ਇਹਦਾ ਮਤਲਬ ਇਹ ਹੁੰਦਾ ਕਿ 3 ਰਿਪੀਟ ਹੋ ਰਿਹਾ, 3 ਬਾਰ 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 ਆ ਰਿਹਾ ਆ। ਠੀਕ ਹੈ, ਜਿੱਦਾਂ ਮੈਂ ਇੱਥੇ ਲਿਖ ਦਿੰਦੀ 0.29, ਇਹਦੇ ਉੱਪਰ ਵੀ ਮੈਂ ਬਾਰ ਬਣਾਤਾ। ਇਹਦਾ ਮਤਲਬ ਇਹ ਆ ਕਿ ਕੀ ਹੁਣ ਰਿਪੀਟ ਹੋ ਰਿਹਾ, ਕੱਲਾ 9 ਨਹੀਂ ਲਿਖਣਾ, 2 ਦੇ ਉੱਪਰ ਵੀ ਬਾਰ ਬਣਿਆ। ਇਹ ਮਤਲਬ 29 29 29 29 ਇਦਾਂ ਆ ਰਿਹਾ। ਇਹ ਬਾਰ ਦਾ ਮਤਲਬ ਹੁੰਦਾ ਕਿ ਜਿਹਦੇ ਤੇ ਵੀ ਇਹ ਲਾਈਨ ਬਣ ਗਈ ਉਹ ਨੰਬਰ ਰਿਪੀਟ ਹੋ ਰਿਹਾ, ਰਿਪੀਟ ਹੋਈ ਜਾ ਰਿਹਾ। ਕਲੀਅਰ ਆ? ਚਲੋ ਨੈਕਸਟ ਅਸੀਂ ਚੱਲਦੇ ਹਾਂ ਆਪਰਮੇਯ ਸੰਖਿਆ ਵੱਲ। ਆਪਰਮੇਯ ਸੰਖਿਆਵਾਂ ਬੱਚੇ ਕਿਹੜੀਆਂ ਹੁੰਦੀਆਂ ਨੇ? ਆਪਰਮੇਯ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਨੇ ਜਿਹੜੀਆਂ ਪਰਮੇਯ ਨਹੀਂ ਹੁੰਦੀਆਂ। ਰਾਈਟ? ਕਹਿਣ ਦਾ ਮਤਲਬ ਕਿ ਇਦਾਂ ਦੀਆਂ ਰਕਮਾਂ ਜਿਹੜੀਆਂ ਕਿ ਅਸੀਂ ਜੇ ਉਹਨਾਂ ਨੂੰ ਭਾਗ ਕਰੀਏ ਤੇ ਉਹਨਾਂ ਦਾ ਜਿਹੜਾ ਆਨਸਰ ਆ ਨਾ, ਇੱਕ ਤਾਂ ਨੌਨ ਟਰਮੀਨੇਟਿੰਗ ਆਊਗਾ।
ਠੀਕ ਹੈ। ਦੂਜਾ ਕੀ ਹੋਊਗਾ, ਨॉन ਰਿਪੀਟਿੰਗ ਹੋਊਗਾ, ਨॉन ਰਿਪੀਟਿੰਗ, ਤੇ ਉਹਨੂੰ ਅਸੀਂ ਕੀ ਬੋਲਾਂਗੇ, अपरमेय संख्या। ठीक है। नॉन टर्मिनेटिव मतलब कि वो खत्म नहीं हो रहा, वधी जा रहा ਉਹਦਾ ਆਨਸਰ, ਭਾਗ ਕਰੀ ਜਾਂਦੇ, ਉੱਪਰ ਆਨਸਰ ਆਈ ਜਾ ਰਿਹਾ। ਨॉन ਰਿਪੀਟਿੰਗ ਦਾ ਮਤਲਬ ਨੰਬਰ ਵੀ ਨਹੀਂ ਰਿਪੀਟ ਹੋ ਰਿਹਾ, ਹੋਰ ਜਿੱਦਾਂ ਇੱਥੇ ਉੱਪਰ ਨੰਬਰ ਰਿਪੀਟ ਹੋਈ ਜਾਂਦਾ ਸੀ ਨਾ ਕਿ 3 3 3 ਬਾਰ-ਬਾਰ ਆਈ ਜਾ ਰਿਹਾ ਸੀਗਾ, ਪਰ ਇੱਥੇ ਸੇਮ ਰਕਮ ਬਾਰ-ਬਾਰ ਨਹੀਂ ਆਣੀ, ਹਰ ਵਾਰੀ ਨਵੀਂ ਨਵੀਂ ਰਕਮ ਆਣੀ ਹੈਗੀ ਆ। ਇਹਦੀ ਐਗਜ਼ਾਮਪਲ ਲੈ ਲੈਣੇ ਆਪਾਂ, ਪਾਈ। ਪਾਈ ਤਾਂ ਸੁਣਿਆ ਹੋਣਾ ਸਾਰਿਆਂ ਨੇ, ਜਿਹਨੂੰ ਅਸੀਂ 22/7 ਲੈਂਦੇ ਹਾਂ। ਜੇ 22/7 ਲੈਂਦੇ ਹਾਂ, ਐਗਜ਼ੈਕਟ ਵੈਲਿਊ ਨਹੀਂ ਹੁੰਦੀ, ਲਗਭਗ ਹੁੰਦੀ ਆ। ਲਗਭਗ ਦਾ ਮਤਲਬ ਕਿ ਉਹਦੇ ਲਾਗੇ ਛਾਗੇ, ਸਾਨੂੰ ਇਹਦੀ ਐਗਜ਼ੈਕਟ ਵੈਲਿਊ ਨਹੀਂ ਪਤਾ। ਕਿਉਂ ਨਹੀਂ ਪਤਾ ਹੈ? ਕਿਉਂਕਿ ਇਹਦੇ ਵਿੱਚ ਵੀ ਜਦੋਂ ਅਸੀਂ ਭਾਗ ਕਰੀਏ ਨਾ, ਸਾਡੇ ਕੋਲ ਐਗਜ਼ੈਕਟ ਆਨਸਰ ਨਹੀਂ ਆਉਂਦਾ। ਦੇਖੋ 22 ਨੂੰ ਵਿੱਚ ਰੱਖ ਕੇ 7 ਨਾਲ ਭਾਗ ਕਰਕੇ ਵੇਖੋ, ਇੱਥੇ ਆਏਗਾ 7 ਜਾਂ 21, 1 ਆਪਣੇ ਵੱਲੋਂ 0 ਲਗਾਈ, ਦੈਨ 7 7 ਏਕਮ 7 3, हाँ जी 7 चौका 28, फिर आ गया 2, फिर 0 लगाइया, फिर कितना आ गया 7 दूनी 14, फिर घटाओ की इत्थे आ गया 6, हाँ जी इत्थे कितना आ जाऊगा 7 8 56। ठीक है। सो तुसी ऊपर देख सकते हो, अगे मेरे को स्पेस हुण मुक गई है, इत्थे इन्ना ही समझ लो कि 3.1 फिर 4 फिर 2 फिर 8 नंबर रिपीट होया नहीं होया। ਇਹਦਾ ਆਨਸਰ ਆ ਰਿਹਾ 3.1428, ਇੱਦੇ ਕੁਛ ਨਾ ਕੁਛ ਨੰਬਰ ਆਈ ਜਾਣਾ। ਦੇਖੋ ਨਾ ਖਤਮ ਹੋ ਰਿਹਾ ਤੇ ਨਾ ਹੀ ਪਿੱਛੇ ਨੰਬਰ ਰਿਪੀਟ ਹੋ ਰਿਹਾ। ਸੋ ਇਦਾਂ ਦੇ ਨੰਬਰ ਨੂੰ ਅਸੀਂ ਕਹਿੰਦੇ ਆ ਆਪਰਮੇਯ ਸੰਖਿਆਵਾਂ। ਇਹਦੇ ਹੋਰ ਐਗਜ਼ਾਮਪਲਸ ਹੁੰਦੀਆਂ। ਅੱਛਾ, ਇਹਦੇ ਸਿੱਧਾ ਮਾਈਂਡ 'ਚ ਬਿਠਾ ਲਓ ਕਿ ਕੋਈ ਵੀ ਰਕਮ ਜਿਹਦੇ ਇਦਾਂ ਆ ਨਿਸ਼ਾਨ ਬਣਿਆ, ਇਹ ਵਰਗਮੂਲ ਦਾ ਨਿਸ਼ਾਨ ਹੁੰਦਾ ਆ। ਠੀਕ ਹੈ। ਜਿੱਥੇ ਤੇ ਇਹ ਨਿਸ਼ਾਨ ਬਣਿਆ ਔਰ ਵਿੱਚ ਉਹਦੇ ਹੈਗਾ ਅਪਾਹਜ ਸੰਖਿਆਵਾਂ। ਅਪਾਹਜ ਸੰਖਿਆਵਾਂ ਹੁੰਦੀਆਂ ਜਿੱਦਾਂ ਵਰਗਮੂਲ 2, वर्गमूल 5, वर्गमूल 7, वर्गमूल 11। ਇਹ ਦੇਖੋ ਵਿੱਚ ਉਹੀ ਰਕਮਾਂ ਆ ਰਹੀਆਂ ਨਾ ਜਿਹੜੀਆਂ ਸਿਰਫ ਆਪਣੇ ਪਹਾੜੇ ਤੇ ਆਉਂਦੀਆਂ, ਕਿਸੇ ਨਹੀਂ। ਸੋ ਇਹ ਵਾਲੀ ਰਕਮਾਂ ਦਾ ਜੇਕਰ ਵਰਗਮੂਲ ਕਰ ਦਈਏ ਤਾਂ ਇਹ ਬਣ ਜਾਂਦੀਆਂ ਆ ਆਪਰਮੇਯ ਸੰਖਿਆਵਾਂ। ਹੁਣ ਬੱਚੇ ਜ਼ਰੂਰੀ ਨਹੀਂ ਕਿ ਵਰਗਮੂਲ ਵਾਲੀਆਂ ਸਾਰੀਆਂ ਰਕਮਾਂ ਜਿਹੜੀਆਂ ਆਪਰਮੇਯ ਹੋਣਗੀਆਂ। ਇੱਥੇ ਹੋਰ ਐਗਜ਼ਾਮਪਲ ਤੁਹਾਨੂੰ ਦੱਸ ਦਿੰਦੇ ਕਿ ਸਪੋਜ਼ ਆ ਇੱਥੇ ਇਦਾਂ ਲਿਖਿਆ ਹੋਇਆ ਵਰਗਮੂਲ 4। ਹੁਣ ਜਿਹੜਾ 4 ਆ ਨਾ, 4 ਦਾ ਵਰਗਮੂਲ ਪਤਾ ਕੀ ਹੁੰਦਾ ਆ? वर्गमूल मतलब कि इदा नंबर जो 2 बारी गुणा करिए 4 आवे, 2 दूनी 4। ये देखो, सो ਇਹਦਾ वर्गमूल आ गया 2, सॉल्व हो गया ना। ਜ਼ਰੂਰੀ ਨਹੀਂ ਸਾਰੀਆਂ ਵਰਗਮੂਲ ਵਾਲੀਆਂ ਰਕਮਾਂ ਜਿਹੜੀਆਂ ਆਪਰਮੇਯ ਸੰਖਿਆਵਾਂ ਸਿਰਫ ਉਹੀ ਹੋਣਗੀਆਂ ਜਿਹੜੀਆਂ ਅਪਾਹਜ ਆ। ਅਪਾਹਜ ਸੰਖਿਆ ਔਰ ਇਹਨਾਂ ਦੇ ਉੱਪਰ ਕੀ ਬਣਿਆ ਹੋਇਆ, ਵਰਗਮੂਲ। ਕਲੀਅਰ ਆ? ਚਲੋ, ਹੋਪ ਤੁਹਾਨੂੰ ਸਾਰਾ ਇੱਥੇ ਤੱਕ ਕਲੀਅਰ ਹੋ ਗਿਆ। ਹੁਣ ਸਾਡੇ ਕੋਲ ਲਾਸਟ ਜਿਹੜਾ ਬਣ ਗਿਆ ना, सारे नंबर्स नू मिला के जिहड़ा लास्ट साडे कोल बनिया रियल नंबर्स। ठीक है, जिन्हों असी कह दिंदे आ वास्तविक, ठीक है, संख्यावां। वास्तविक संख्यावां किहड़ियां हुंदियां ने? सारियां जिन्नियां भी असी संख्यावां उपर पढ़ियां उन्हां सारियां नू मिला के जिहड़ा एक ग्रुप बन जांदा ना संख्यावां साडे कोल, उहनूं असी कहने वास्तविक। जां फिर तुसीं कह लो कि रैशनल ते इरैशनल विच सारे आ जांदे आ। रैशनल नंबर, ठीक है, प्लस इरैशनल नंबर, और पंजाबी च लिखिए तां परमेय संख्यावां प्लस अपरमेय संख्यावां। इन्हां दोनों नूं मिला के जिन्नियां भी सारियां रकमां बन गईयां, वो की बन गया रियल नंबर। सो रियल नंबर दे विच असीं सारियां लिख सकते हैं। ਇਹਦੇ ਵਿੱਚ मैं समझ लो 1/2 भी लिखता, 1/3 ये परमेय संख्यावां सीगियां। ठीक है, 4 भी लिखता, फिर इच 0 भी आ गया, ਇਹਦੇ ਵਿੱਚ माइनस वालियां रकमां भी आ सकदियां आ। ठीक है, फिर ਇਹਦੇ ਵਿੱਚ अपरमेय भी आ गईयां कि वर्गमूल 5 वर्गमूल 7 सारियां इकट्ठियां हो गईयां ना रकमां। सो इन्हां नूं असीं की कहना आ, रियल नंबर। होप तुहानूं ये सारा क्लीयर हो गया होना। ये सी साडा बच्चे नंबर्स दा कंसैप्ट। बहुत ध्यान दे नाल तुसी समझना इन्हां नूं, वीडियो रिपीट कर करके इनू सुनो, अपनी कॉपी ते नोट करो, अपने माइंड 'च बिठाओ। ठीक है जी, इन्ने बेसिक्स तो तुहानूं क्लीयर होने चाहिए मैथ्स दे। ओके, सो ये हुण क्लीयर हो गया तुहानूं सारिआं नूं। नैक्सट मैं तुहानूं एक पेज दे उत्ते इहदा एक ओवरव्यू जिहा लिख के दे दित्ता, मतलब कि ब्रीफ शॉर्ट दे विच लिख के दे दित्ते सारे जिहड़े नंबर्स ने, ते इन्हां नूं तुसी नोट कर लो।
ਕਲੀਅਰ ਇੰਗਲਿਸ਼ 'ਚ ਵੀ ਮੈਂ ਲਿਖਿਆ ਹੋਇਆ, ਪੰਜਾਬੀ 'ਚ ਵੀ। ਅਗਰ ਕਿਸੇ ਨੂੰ ਵੀ ਕੋਈ ਦਿੱਕਤ ਹੁੰਦੀ ਆ ਤੇ ਕਮੈਂਟ ਬਾਕਸ ਦੇ ਵਿੱਚ ਨਾ ਆਪਣੀ ਜਿਹੜੀ ਪ੍ਰੋਬਲਮ ਆ ਉਹ ਲਿਖ ਦਿਆ ਕਰੋ, ਠੀਕ ਹੈ। ਇਹਨੂੰ ਸ਼ੇਅਰ ਕਰੋ ਔਰ ਵੱਧ ਤੋਂ ਵੱਧ ਲਾਈਕ ਕਰੋ, ਠੀਕ ਹੈ। ਥੈਂਕ ਯੂ ਸੋ ਮਚ। ਐਂਡ ਲਾਸਟ ਇਹਦੇ ਵਿੱਚ ਨਾ ਇੱਕ ਕਨਫਿਊਜ਼ਨ ਸੀਗਾ, ਇਰੈਸ਼ਨਲ ਨੰਬਰ 9 ਤੇ ਜਿਹੜਾ ਲਿਖਿਆ ਹੋਇਆ ਨਾ ਇਰੈਸ਼ਨਲ, ਇਹਦੇ ਵਿੱਚ 2/3 ਬਾਈ ਮਿਸਟੇਕ ਲਿਖ ਹੋ ਗਿਆ ਸੀ, ਇੱਥੇ 2/3 ਨਹੀਂ ਆਣਾ, ਠੀਕ ਹੈ ਜੀ, ਪਰਮੇਸ਼ ਆਉਂਦਾ। ਚਲੋ, ਥੈਂਕ ਯੂ ਵੈਰੀ ਮਚ, ਓਕੇ।